ओके ਆਪਾਂ ਸਟਾਰਟ ਕਰਦੇ ਹਾਂ। ਤੁਹਾਡੇ ਕੋਲ ਜਿਹੜਾ ਇੰਟਰੋਡਕਸ਼ਨ ਹੈਗੀ ਹੈ, ਆਪਾਂ ਪ੍ਰੋਗਰਾਮਿੰਗ ਲੈਂਗੁਏਜ ਦੀ ਅਸੀਂ ਗੱਲ ਕਰਦੇ ਹਾਂ। ਤਾਂ ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਤੁਸੀਂ ਤੁਹਾਨੂੰ ਕੋਡ ਕਿਸ ਤਰੀਕੇ ਦੇ ਨਾਲ ਲਿਖਣਾ ਹੈ ਔਰ ਕੋਡ ਕਿਸ ਨਾਲ ਚੱਲਦਾ ਹੈ। ठीक है, आप प्रोग्रामिंग लैंग्वेज की गल करते हैं। प्रोग्रामिंग लैंग्वेज की जब गल करिए तो प्रोग्रामिंग लैंग्वेजेस जो बेसिकली काम होता है ना, तो सॉफ्टवेयर में डेवलप करना। डिफरेंट टाइप ऑफ प्रोग्रामिंग लैंग्वेजेस है कि प्रोग्रामिंग लैंग्वेजेस ਨੂੰ ਆਪਾਂ यूज करके सॉफ्टवेयर डेवलप कर सकते हैं। ਹੁਣ ਉਹ ਜਿਹੜੇ ਸੌਫਟਵੇਅਰ ਡਿਵੈਲਪ ਕਰਦੇ ਆ, ਉਹਨਾਂ ਸੌਫਟਵੇਅਰ ਡਿਵੈਲਪ ਕਰਨ ਦੇ ਲਈ ਜੋ ਲੈਂਗੁਏजेस ਆਪਾਂ ਯੂਜ਼ ਹਾਲੇ ਤੱਕ ਪੜ੍ਹੀਆਂ, ਸੀ ਹੈ, C++ ਹੈ, ਜਾਵਾ ਦੇ ਵਿੱਚ ਤੁਸੀਂ डेवलपमेंट कर सकते हो। इसी तरीके से साडे कोल सी हैश है, ठीक। और जे मैं सॉफ्टवेयर्स की गल करा, टाइप ऑफ एप्लीकेशंस की गल करा, तो साडे कोल अज दी डेट ते एप्लीकेशंस जेहड़ियां हैगियां वो डेस्कटॉप एप्लीकेशंस है, मोबाइल एप्लीकेशंस है और वेब एप्लीकेशन। ठीक है, तीन तरह की एप्लीकेशंस अवेलेबल है। डेस्कटॉप एप्लीकेशंस वो एप्लीकेशंस ਹੁੰਦੀਆਂ ਜਿਹੜੀਆਂ ਐਪਲੀਕੇਸ਼ਨਸ ਨੂੰ ਤੁਸੀਂ ਇੰਸਟਾਲ ਕਰਦੇ ਹੋ ਆਪਣੇ, ਮਤਲਬ ਜਿਨ੍ਹਾਂ ਨੂੰ ਤੁਸੀਂ ਸੈਟਅਪ ਕਰਦੇ ਹੋ, ਜਿਨ੍ਹਾਂ ਨੂੰ ਤੁਹਾਨੂੰ ਇੰਸਟਾਲ ਕਰਨਾ ਪਏਗਾ। ਮੋਬਾਈਲ ਐਪਲੀਕੇਸ਼ਨ ਦਾ ਮਤਲਬ ਤੁਸੀਂ ਆਪਣੇ ਮੋਬਾਈਲ ਡਿਵਾਈਸਸ ਉੱਤੇ ਚਲਾਉਂਦੇ ਹੋ, ਤੁਹਾਡੇ ਮੋਬਾਈਲ ਫੋਨ, ਸਮਾਰਟਫੋਨ, ਸਮਾਰਟ ਡਿਵਾਈਸਸ ਵਗੈਰਾ ਹੋ ਗਏ। ਔਰ ਵੈਬ ਐਪਲੀਕੇਸ਼ਨਸ ਉਹ ਵਾਲੀ ਐਪਲੀਕੇਸ਼ਨਸ ਹੋ ਗਈਆਂ ਜਿਹੜੀਆਂ ਐਪਲੀਕੇਸ਼ਨਸ ਨੂੰ ਤੁਸੀਂ ਰਨ ਕਰਨ ਦੇ ਲਈ ਆਪਣੇ ਇੰਟਰਨੈਟ ਦੀ ਹੈਲਪ ਨੂੰ ਯੂਜ਼ ਕਰਦੇ ਹੋ, ਇੰਟਰਨੈਟ ਨੂੰ ਯੂਜ਼ ਕਰਕੇ ਤੁਸੀਂ ਉਹਨੂੰ ਕੰਮ ਕਰਦੇ ਹੋ। ਫॉर एग्जांपल ਜਦੋਂ ਤੁਹਾਡੇ ਕੋਲ MS ਆਫਿਸ ਹੈ, MS ਆਫਿਸ ਐਗਜ਼ਾਮਪਲ ਹੈ ਤੁਹਾਡੇ ਕੋਲ ਇੱਕ ਡੈਸਕਟॉप ਐਪਲੀਕੇਸ਼ਨ ਦੀ, ਤੁਹਾਨੂੰ ਉਹਨੂੰ ਇੰਸਟਾਲ ਕਰਨਾ ਪੈਂਦਾ। ਮੋਬਾਈਲ ਫੋਨ ਦੇ ਵਿੱਚ ਤੁਹਾਡੇ ਕੋਲ WhatsApp ਹੋ ਗਿਆ, ਠੀਕ ਹੈ, ਇਹ ਐਗਜ਼ਾਮਪਲ ਹੋ ਗਈ ਮੋਬਾਈਲ ਐਪਲੀਕੇਸ਼ਨ ਦੀ। ਔਰ ਵੈਬ ਐਪਲੀਕੇਸ਼ਨ ਦੇ ਵਿੱਚ ਲਾਈਕ ਤੁਹਾਡੇ ਕੋਲ ਕਿਸੇ ਵੀ ਬੈਂਕ ਦੀ ਵੈਬਸਾਈਟ ਲੈ ਲਓ, ਫੇਸਬੁੱਕ ਦੀ ਵੈਬਸਾਈਟ ਲੈ ਲਓ, hdfcbank.com, axisbank.com, sbiconline.com, ठीक है। ये ਜਿਹੜੀ ਵੈਬਸਾਈਟ ਤੁਸੀਂ ਕੰਮ ਕਿਸੇ ਸੌਫਟਵੇਅਰ ਦੇ ਥਰੂ ਕਰਨ ਦੀ ਬਜਾਏ ਕਿਸੇ ਨਾ ਕਿਸੇ ਵੈਬਸਾਈਟ ਦੇ ਥਰੂ ਤੁਸੀਂ ਪਰਫਾਰਮ ਕਰਦੇ ਹੋ, ਉਹਨਾਂ ਨੂੰ ਅਸੀਂ ਬੋਲਦੇ ਹਾਂ ਵੈਬ ਐਪਲੀਕੇਸ਼ਨ। ਹੁਣ ਇਹ ਡਿਫਰੈਂਟ ਟਾਈਪ ਆਫ ਡਿਵੈਲਪ ਕਰਨ ਦੇ ਲਈ ਤੁਹਾਨੂੰ ਡਿਫਰੈਂਟ ਟਾਈਪ ਆਫ ਲੈਂਗੁਏजेस ਦੀ ਜ਼ਰੂਰਤ ਪੈਂਦੀ ਹੈ। ਲਾਈਕ ਡੈਸਕਟॉप ਐਪਲੀਕੇਸ਼ਨ ਨੂੰ ਡਿਵੈਲਪ ਕਰਨ ਦੇ ਲਈ ਤੁਸੀਂ C++ ਜਾਂ C# ਨੂੰ ਯੂਜ਼ ਕਰ ਸਕਦੇ ਹੋ, ਪਾਈਥਨ ਨੂੰ ਯੂਜ਼ ਕਰ ਸਕਦੇ ਹੋ, ਠੀਕ ਹੈ। ਇਸੇ ਤਰੀਕੇ ਦੇ ਨਾਲ ਐਂਡ ਮੋਬਾਈਲ ਫੋਨ ਐਪਲੀਕੇਸ਼ਨਸ ਨੂੰ ਡਿਵੈਲਪ ਕਰਨ ਦੇ ਲਈ ਅੱਜ ਦੀ ਡੇਟ ਦੇ ਵਿੱਚ ਤੁਸੀਂ ਐਂਡਰੋਇਡ ਨੂੰ ਯੂਜ਼ ਕਰ ਸਕਦੇ ਹੋ, ਉਸ ਤੋਂ ਸਵਿਫਟ ਨੂੰ ਯੂਜ਼ ਕੀਤਾ ਜਾ ਸਕਦਾ ਹੈ, ਉਸ ਤੋਂ ਫਲਟਰ ਨੂੰ ਯੂਜ਼ ਕੀਤਾ ਜਾ ਸਕਦਾ ਹੈ, ਰਿਐਕਟ ਨੇਟਿਵ ਨੂੰ ਯੂਜ਼ ਕੀਤਾ ਜਾ ਸਕਦਾ ਹੈ। ਇਹਨਾਂ ਸਾਰੀਆਂ ਐਪਲੀਕੇਸ਼ਨਸ ਨੂੰ ਯੂਜ਼ ਕਰਕੇ ਤੁਸੀਂ ਮੋਬਾਈਲ ਐਪਲੀਕੇਸ਼ਨਸ ਡਿਵੈਲਪ ਕਰ ਸਕਦੇ ਹੋ। ਦੈਨ ਤੁਹਾਡੇ ਕੋਲ ਲੱਗਦੀਆਂ ਵੈਬ ਐਪਲੀਕੇਸ਼ਨਸ। ਵੈਬ ਐਪਲੀਕੇਸ਼ਨਸ ਨੂੰ ਡਿਵੈਲਪ ਕਰਨ ਦੇ ਲਈ ਸਾਡੇ ਕੋਲ ਡਿਫਰੈਂਟ ਟਾਈਪ ਦੀਆਂ ਲੈਂਗੁਏजेस ਹੈਗੀਆਂ। ਆਪਾਂ PHP ਨੂੰ ਯੂਜ਼ ਕਰ ਸਕਦੇ ਹਾਂ ਵੈਬ ਐਪਲੀਕੇਸ਼ਨਸ ਨੂੰ ਡਿਵੈਲਪ ਕਰਨ ਦੇ ਲਈ, ਟ੍ਰੈਡੀਸ਼ਨਲ ASP ਨੂੰ ਯੂਜ਼ ਕੀਤਾ ਜਾ ਸਕਦਾ ਹੈ, जावा टेक्नोलॉजी ने यूज करना, स्प्रिंग्स है, हाइबरनेट है, ठीक है, उन्होंने यूज किया जा सकता है। ते फाइनली जे तुसी डायनामिक एप्लीकेशंस डेवलप करनी है तो ਉਹਦੇ ਲਈ ਤੁਹਾਡੇ ਕੋਲ ASP.NET ਜਿਹੜਾ ਹੈ ਉਹ ਯੂਜ਼ ਕੀਤਾ ਜਾ ਸਕਦਾ ਹੈ। ਠੀਕ ਹੈ, ਹੁਣ ਆਪਾਂ ਜਿਹੜੇ ਨਾਰਮਲੀ ਕੰਮ ਕਰਦੇ ਹਾਂ दीपिका मैम ਤੁਸੀਂ ਆਪਣਾ ਮਾਈਕ ਆਫ ਕਰ ਲਓ, ਤੁਹਾਡੀ ਵਿੱਚ ਆਵਾਜ਼ ਮਿਕਸ ਹੋ ਰਹੀ ਹੈ। ਦੀਪਸ਼ਿਖਾ ਮੈਮ ओके, ठीक है। तो ਹੁਣ ਜਿਸ ਲਈ ਤੁਸੀਂ ਐਪਲੀਕੇਸ਼ਨਸ ਨੂੰ ਡਿਵੈਲਪ ਕਰਦੇ ਹੋ ਨਾ, ਤਾਂ ਉਹਦੇ ਲਈ ਅਸੀਂ ਡਿਫਰੈਂਟ ਪ੍ਰੋਗਰਾਮਿੰਗ ਲੈਂਗੁਏजेस ਨੂੰ ਯੂਜ਼ ਕਰਦੇ ਹਾਂ, ਜਿਹਨਾਂ ਪ੍ਰੋਗਰਾਮਿੰਗ ਲੈਂਗੁਏजेस ਦੀ ਹੈਲਪ ਦੇ ਨਾਲ ਸਾਡੇ ਕੋਲ ਸੌਫਟਵੇਅਰ ਜਿਹੜੇ ਹੈਗੇ ਡਿਵੈਲਪ ਹੁੰਦੇ। ਹੁਣ ਡੈਸਕਟॉप ਐਪਲੀਕੇਸ਼ਨ ਤਾਂ ਤੁਸੀਂ ਇੱਕ ਵਾਰੀ ਇੰਸਟਾਲ ਕਰ ਲਈਆਂ, ਥੋੜੇ ਟਾਈਮ ਪੀਰੀਅਡ ਤੋਂ ਬਾਅਦ ਤਾਂ ਕੁਝ ਅਪਡੇਟ ਆ ਗਿਆ, ਤੁਸੀਂ ਉਸ ਅਪਡੇਟ ਦੇ ਹਿਸਾਬ ਦੇ ਨਾਲ ਉਹਨੂੰ ਇੰਸਟਾਲ ਕਰਕੇ ਯੂਜ਼ ਕਰ ਸਕਦੇ ਆ। ਜਿੱਥੇ ਤੁਹਾਡੇ ਕੋਲ ਫ੍ਰੀਕੁਐਂਟਲੀ ਬਹੁਤ ਜ਼ਿਆਦਾ ਅਪਡੇਟਸ ਹੁੰਦੇ ਆ ਔਰ ਬਹੁਤ ਸਾਰੇ ਲੋਕ ਉਹਦੇ ਨਾਲ ਕਨੈਕਟਡ ਹੈ। ਹੁਣ ਜਿਹੜਾ ਬੈਂਕ ਦੀ ਵੈਬਸਾਈਟ ਹੈ, ਹਜ਼ਾਰਾਂ ਕਰੋੜਾਂ ਲੋਕ ਜਿਹੜੇ ਹੈਗੇ ਆ ਉਹ ਵੈਬਸਾਈਟਸ ਦੇ ਨਾਲ ਕਨੈਕਟਡ ਹੈਗੇ, ਠੀਕ ਹੈ, ਮਤਲਬ ਬੈਂਕਸ ਨਾਲ ਕਨੈਕਟਡ ਹੈ। ਤਾਂ ਹੁਣ ਇਦਾਂ ਤਾਂ ਹੈ ਨਹੀਂਗਾ ਕਿ ਉਹ ਸਾਰੇ ਜਣੇ ਸੌਫਟਵੇਅਰ ਆਪਣੇ ਕੰਪਿਊਟਰ ਤੇ ਇੰਸਟਾਲ ਕਰਨ। ਜੇ ਬੈਂਕ ਕੋਲ ਨੂੰ ਕੁਝ ਅਪਡੇਟ ਕਰਦਾ ਹੈ ਤਾਂ ਹਰੇਕ ਬੰਦੇ ਕੋਲ ਉਹ ਐਪਲੀਕੇਸ਼ਨ ਪਹੁੰਚ ਜਾਵੇ। ਤਾਂ ਉਹਦਾ ਇੱਕ ਬੈਸਟ ਤਰੀਕਾ ਇਹੀ ਹੁੰਦਾ ਕਿ ਬੈਂਕ ਨੇ ਆਪਣੀ ਵੈਬਸਾਈਟ ਲਾਂਚ ਕੀਤੀ
ਵੈਬਸਾਈਟ ਲਾਂਚ ਕਰਨ ਤੋਂ ਬਾਅਦ ਉਸ ਵੈਬਸਾਈਟ ਨੂੰ ਹਰੇਕ ਬੰਦੇ ਨੂੰ URL ਦੇ ਥਰੂ ਉਹਨੂੰ ਸ਼ੇਅਰ ਕਰ ਦਿੱਤਾ ਤੇ ਜਿਸ ਕਿਸੇ ਨੂੰ ਵੀ ਉਸ ਵੈਬਸਾਈਟ ਦੀ ਜ਼ਰੂਰਤ ਸੀਗੀ ਉਸਨੇ URL ਯੂਜ਼ ਕੀਤਾ, URL ਯੂਜ਼ ਕਰਕੇ ਉਸ ਵੈਬਸਾਈਟ ਨੂੰ ਅੱਗੇ ਪ੍ਰੋਸੈਸ ਕਰ ਲਿਆ, ਅੱਗੇ ਪ੍ਰੋਸੈਸ ਕਰਕੇ ਉਹਨੂੰ ਯੂਜ਼ ਕਰਨਾ ਸ਼ੁਰੂ ਕਰ ਦਿੱਤਾ। ਹੁਣ ਜੇ ਆਪਾਂ ਗੱਲ ਕਰਦੇ ਹਾਂ ਕਿ ਵੈਬਸਾਈਟਸ ਦੀ ਟਾਈਪ ਆਫ ਵੈਬਸਾਈਟਸ ਕਿੰਨੀ ਤਰ੍ਹਾਂ ਦੀ ਹੁੰਦੀਆਂ ਸਾਡੇ ਕੋਲ, ਤਾਂ ਮੋਟਾ ਵੈਬਸਾਈਟਸ ਨੂੰ ਦੋ ਕੈਟਾਗਰੀ ਦੇ ਵਿੱਚ ਡਿਵਾਈਡ ਕੀਤਾ ਗਿਆ, ਇੱਕ ਹੈ ਸਟੈਟਿਕ और एक है डायनामिक। एक स्टैटिक वेबसाइट्स होती हैं, एक डायनामिक वेबसाइट्स होती हैं। ਜਿਹੜੀਆਂ ਸਟੈਟਿਕ ਵੈਬਸਾਈਟਸ ਹੁੰਦੀਆਂ ਇਹ ਸਿੰਪਲ HTML ਪੇजेस ਹੁੰਦੇ ਆ, ਇਹਨਾਂ ਦਾ ਕੋਈ ਵੀ ਬੈਕਐਂਡ ਨਹੀਂ ਹੁੰਦਾ, नो बैकएंड। ठीक है, बैकएंड का मतलब कोई भी डेटाबेस नहीं ਹੁੰਦਾ ਜਾਂ ਕੋਈ थर्ड पार्टी नहीं ਹੁੰਦੀ ਜਿੱਥੋਂ ਦੀ ਨੇ ਇਨਫੋਰਮੇਸ਼ਨ ਨੂੰ ਕਲੈਕਟ ਕਰਨਾ ਹੁੰਦਾ ਹੈ। नो नीड ऑफ any special type of सॉफ्टवेयर या सर्वर। ठीक है, किसी भी स्पेशल टाइप के सॉफ्टवेयर या किसी भी स्पेशल टाइप के सर्वर की जरूरत इनू नहीं पैंदी। ठीक है, ਤੁਸੀਂ ਸਿੰਪਲ HTML ਪੇजेस ਹੈਗੇ ਆ, ਬ੍ਰਾਊਜ਼ਰ ਬੇਸਡ ਵੈਬਸਾਈਟਸ ਹੁੰਦੀਆਂ, ਬ੍ਰਾਊਜ਼ਰ ਦੇ ਵਿੱਚ ਤੁਸੀਂ ਇਹਨਾਂ ਨੂੰ ਰਨ ਕਰ ਸਕਦੇ ਹੋ। ਹੁਣ ਇਹਨੂੰ ਅੱਜ ਦੀ ਡੇਟ ਦੇ ਵਿੱਚ ਤੁਸੀਂ ਡਿਵੈਲਪ ਕਰਨਾ ਹੋਵੇ HTML ਯੂਜ਼ ਕਰ ਸਕਦੇ ਹੋ। ਠੀਕ ਹੈ, ਕੁਝ ਪਾਰਟ ਤੁਸੀਂ ਜਾਵਾਸਕ੍ਰਿਪਟਿੰਗ ਦਾ ਯੂਜ਼ ਕਰ ਸਕਦੇ ਹੋ, ਕੁਝ ਪਾਰਟ ਤੁਸੀਂ CSS ਦਾ ਯੂਜ਼ ਕਰ ਸਕਦੇ ਹੋ। ਠੀਕ ਹੈ, ਮਤਲਬ ਜਿਹਦੇ ਨਾਲ ਤੁਸੀਂ ਇਹਨੂੰ ਡਿਜ਼ਾਈਨ ਕਰ ਸਕਦੇ ਹੋ, ਦੀ ਫੀਲ ਐਂਡ ਲੁੱਕ ਚੇਂਜ ਕਰ ਸਕਦੇ ਹੋ। लेकिन ये डायनामिक वेबसाइट्स होती हैं, ये वेबसाइट्स ਜਿਹੜੀਆਂ ਹੁੰਦੀਆਂ ਇਹ वेबसाइट्स डेटा stored in databases। ठीक है, ਇਹਨਾਂ ਦੇ ਕੇਸ ਦੇ ਵਿੱਚ ਜਿੰਨਾ ਵੀ ਡਾਟਾ ਹੁੰਦਾ ਤੁਹਾਡਾ ਉਹ ਸਾਰਾ ਦਾ ਸਾਰਾ ਡਾਟਾ ਡੇਟਾਬੇਸਿਸ ਦੇ ਵਿੱਚ ਸਟੋਰ ਹੁੰਦਾ ਹੈ। ਠੀਕ, ਇਹਦੇ ਲਈ ਸਾਨੂੰ ਇੱਕ ਸਪੈਸ਼ਲ ਟਾਈਪ ਆਫ ਸਰਵਰ ਇਜ਼ ਰਿਕੁਆਇਰਡ। ਠੀਕ ਹੈ, ਤੁਹਾਨੂੰ ਜਿੰਨਾ ਵੀ ਕੰਮ ਹੁੰਦਾ ਹੈ वो एक सर्वर बेस्ड काम ਹੁੰਦਾ है। ठीक है, जितना भी डेटा होएगा ਤੁਹਾਡੇ ਕੋਲ ਸਰਵਰ ਪ੍ਰੋਸੈਸ ਕਰਕੇ ਤੁਹਾਨੂੰ ਦੇਗਾ। ਇੱਕ ਨਾਰਮਲ ਬ੍ਰਾਊਜ਼ਰ ਜਿਹੜਾ ਹੈਗਾ ਜਿਹਦੇ ਵਿੱਚ ਤੁਸੀਂ ਵੈਬਸਾਈਟਸ ਨੂੰ ਓਪਨ ਕਰਦੇ ਹੋ, ਬ੍ਰਾਊਜ਼ਰਸ ਆਰ ਜਸਟ ਮੈਂਟ ਟੂ ਓਪਨ HTML ਓਨਲੀ। ਠੀਕ ਹੈ, ਤੁਹਾਡਾ ਬ੍ਰਾਊਜ਼ਰ ਜਿਹੜਾ ਹੈਗਾ ਉਹਨੂੰ ਸਿਰਫ HTML ਸਮਝ ਲੱਗਦੀ ਹੈ, CSS ਸਮਝ ਲੱਗਦੀ ਹੈ, ਜਾਂ ਕੁਝ ਇੱਕ ਪਾਰਟ ਜਿਹੜਾ ਜਾਵਾਸਕ੍ਰਿਪਟਿੰਗ ਦਾ ਹੈ ਜੋ ਵੀ ਜਿਹੜਾ ਕਲਾਇੰਟ ਸਾਈਡ ਦੇ ਉੱਤੇ ਐਗਜ਼ੀਕਿਊਟ ਹੋਣਾ ਹੈ ਉਹ ਉਹਨੂੰ ਸਮਝ ਲੱਗੇਗਾ। ਇਸ ਤੋਂ ਇਲਾਵਾ डायनामिक वेबसाइट्स ਨੂੰ ਜਾਂ ਤੁਹਾਡੇ ਜਿਹੜੇ ਬ੍ਰਾਊਜ਼ਰ ਹੁੰਦੇ ਬ੍ਰਾਊਜ਼ਰਸ ਨੂੰ ਹੋਰ ਕੁਝ ਨਹੀਂ ਸਮਝ ਲੱਗਦਾ। ਲੇਕਿਨ ਡਾਇਨਾਮਿਕ ਵੈਬਸਾਈਟਸ ਨੂੰ ਕ੍ਰੀਏਟ ਕਰਨ ਦੇ ਲਈ ਜਿੱਦਾਂ ਅਸੀਂ ਟੈਕਨੋਲੋਜੀਜ਼ ਨੂੰ ਯੂਜ਼ ਕਰਨਾ ਸੀ, ASP.NET ਨੂੰ ਯੂਜ਼ ਕਰਨਾ, ਹੁਣ ASP.NET ਨੂੰ ਰਨ ਹੋਣ ਦੇ ਲਈ ਇੱਕ ਸਪੈਸ਼ਲ ਕੰਪਾਈਲਰ ਦੀ ਜ਼ਰੂਰਤ ਪਏਗੀ, ਇੱਕ ਸਪੈਸ਼ਲ ਸਰਵਰ ਦੀ ਜ਼ਰੂਰਤ ਪਏਗੀ ਜਿਹੜਾ ਸਰਵਰ ਜਿਹੜਾ ਹੈਗਾ ਉਹਦੇ ਕੋਡ ਨੂੰ ਸਮਝ ਸਕੇ, ਸਮਝਣ ਤੋਂ ਬਾਅਦ ਉਹਨੂੰ ਕਨਵਰਟ ਕਰ ਸਕੇ। ਹੁਣ ਦੇਖੋ ਇਹਨਾਂ ਵੈਬਸਾਈਟਸ ਨੂੰ ਕ੍ਰੀਏਟ ਕਰਨ ਦੇ ਲਈ ਸਾਡੇ ਕੋਲ ਡਿਫਰੈਂਟ ਲੈਂਗੁਏजेस ਯੂਜ਼ ਹੁੰਦੀਆਂ ਲਾਈਕ ASP.NET। ਠੀਕ ਹੈ, ਤੁਹਾਡੇ ਕੋਲ ASP.NET ਯੂਜ਼ ਹੁੰਦੀ ਹੈ, ਤੁਸੀਂ JSP ਯੂਜ਼ ਕਰ ਸਕਦੇ ਹੋ। ਠੀਕ ਹੈ, ਤੁਸੀਂ ਪਾਈਥਨ ਦੇ ਵਿੱਚ Django ਇੱਕ ਮੋਡਿਊਲ ਆਉਂਦਾ ਹੈ ਉਹਨੂੰ ਯੂਜ਼ ਕਰ ਸਕਦੇ ਹੋ। ਠੀਕ ਹੈ, then ट्रेडिशनल ASP यूज की जा सकती है, PHP यूज की जा सकती है। तो ये कुछ इतना दिया लैंग्वेजेस है, प्रोग्रामिंग लैंग्वेजेस है ਜਿਹੜੀਆਂ ਕਿ ਤੁਹਾਡੇ ਕੋਲ ਡਾਇਨਾਮਿਕ ਐਪਲੀਕੇਸ਼ਨਸ ਨੂੰ ਜਾਂ ਡਾਇਨਾਮਿਕ ਵੈਬਸਾਈਟਸ ਨੂੰ ਕ੍ਰੀਏਟ ਕਰਨ ਦੇ ਲਈ ਯੂਜ਼ ਕੀਤੀਆਂ ਜਾਂਦੀਆਂ। ਹੁਣ ਆਪਾਂ ਜੇ ਗੱਲ ਕਰਦੇ ਹਾਂ ਨਾਰਮਲੀ ਜਿਸ ਵੇਲੇ ਲੈਂਗੁਏਜ ਦੀ ਗੱਲ ਕਰਦੇ ਹਾਂ ਤਾਂ ਪ੍ਰੋਗਰਾਮਿੰਗ ਲੈਂਗੁਏਜ ਹਮੇਸ਼ਾ ਕਿੱਦਾਂ ਕੰਮ ਕਰਦੀ ਹੈ। ਹੁਣ ਤੁਸੀਂ ਹਾਲੇ ਤੱਕ ਜਿੰਨੀ ਪ੍ਰੋਗਰਾਮਿੰਗ ਲੈਂਗੁਏजेस ਪੜ੍ਹੀਆਂ ਲਾਈਕ C, C++ ਜਾਂ ਜਾਵਾ ਵੀ ਤੁਸੀਂ ਪੜ੍ਹੀ ਹੈ, ਹੁਣ ਸਭ ਤੋਂ ਪਹਿਲਾਂ ਕੀ ਹੁੰਦਾ ਹੈ ਅਸੀਂ ਸਭ ਤੋਂ ਪਹਿਲਾਂ ਇੱਕ ਸੋਰਸ ਕੋਡ ਲਿਖਦੇ ਹਾਂ। ਠੀਕ ਹੈ, ਆਪਾਂ ਸੋਰਸ ਕੋਡ ਲਿਖਣ ਤੋਂ ਬਾਅਦ ਅਸੀਂ ਉਹਨੂੰ ਕੰਪਾਈਲ ਕਰਦੇ ਹਾਂ। ਠੀਕ ਹੈ, ਕੰਪਾਈਲ ਕਰਨ ਤੋਂ ਬਾਅਦ ਸਾਡੇ ਕੋਲ ਇੱਕ ਆਊਟਪੁੱਟ ਫਾਈਲ ਬਣਦੀ ਹੈ और फिर उस आउटपुट फाइल ਨੂੰ ਆਪਾਂ ਐਗਜ਼ੀਕਿਊਟ ਕਰਦੇ ਹਾਂ। ठीक है, ਇਹ ਸਾਡੇ ਕੋਲ ਸਟੈਪਸ ਹੁੰਦੇ ਆ। ਮਤਲਬ ਸਭ ਤੋਂ ਪਹਿਲਾਂ ਆਪਾਂ ਸੋਰਸ ਕੋਡ ਲਿਖਿਆ। ਠੀਕ ਹੈ, ਤਾਂ ਸਪੋਜ਼ ਤੁਸੀਂ C ਦੇ ਵਿੱਚ ਪ੍ਰੋਗਰਾਮ ਲਿਖਣਾ ਸੀ ਤਾਂ ਤੁਸੀਂ ਸੋਰਸ ਕੋਡ ਲਿਖ ਲਿਆ। ਸੋਰਸ ਕੋਡ ਲਿਖਣ ਤੋਂ ਬਾਅਦ ਤੁਸੀਂ ਉਹਨੂੰ ਕੰਪਾਈਲ ਕੀਤਾ। ਕੰਪਾਈਲ ਕਰਨ ਤੋਂ ਬਾਅਦ ਤੁਸੀਂ ਇੱਕ ਆਊਟਪੁੱਟ ਫਾਈਲ ਜਨਰੇਟ ਕੀਤੀ, ਮਤਲਬ ਕੰਪਾਈਲ ਹੋਣ ਤੋਂ ਬਾਅਦ ਤੁਹਾਨੂੰ ਇੱਕ ਆਊਟਪੁੱਟ ਫਾਈਲ ਮਿਲੀ। ਠੀਕ ਹੈ, ਫਿਰ ਉਸ ਆਊਟਪੁੱਟ ਫਾਈਲ ਨੂੰ ਜੋ ਵੀ ਸਾਡੇ ਕੋਲ ਆਊਟਪੁੱਟ ਫਾਈਲ ਆਈ ਹੈ ਉਹਨੂੰ ਅਸੀਂ ਐਗਜ਼ੀਕਿਊਟ ਕਰ ਦਿੱਤਾ। ਇਹ ਤਾਂ ਹੋਗਾ ਤੁਹਾਡੇ ਕੋਲ ਟ੍ਰੈਡੀਸ਼ਨਲ ਤਰੀਕਾ। ਠੀਕ ਹੈ, ਜਿੱਦਾਂ ਆਪਾਂ C and C++ ਦੇ ਵਿੱਚ ਕਰਦੇ ਸੀਗੇ। ਹੁਣ C++ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਕੀ ਹੁੰਦੀ ਸੀਗੀ ਜਾਂ ਸਭ ਤੋਂ ਵੱਡੀ ਪ੍ਰੋਬਲਮ C and C++ ਦੇ ਵਿੱਚ ਹੈਗੀ ਹੈ, ਇਹ ਹਾਰਡਵੇਅਰ ਡਿਪੈਂਡੈਂਟ ਹੈ ਤੇ ਆਪਰੇਟਿੰਗ ਸਿਸਟਮ ਡਿਪੈਂਡੈਂਟ ਹੈ।
हार्डवेयर डिपेंडेंट एंड ऑपरेटिंग सिस्टम डिपेंडेंट। हार्डवेयर डिपेंडेंट एंड ऑपरेटिंग सिस्टम डिपेंडेंट ਦਾ ਮਤਲਬ ਕੀ ਹੁੰਦਾ ਕਿ ਇਹ ਸੇਮ ਤਰ੍ਹਾਂ ਦੀ ਹਾਰਡਵੇयर ਕਨਫੀਗਰੇਸ਼ਨ ਇਹਨੂੰ ਚਾਹੀਦੀ ਹੋਏਗੀ ਜੇ ਤੁਸੀਂ अपने पीसी ਦੇ ਵਿੱਚ ਇੱਕ ਸੌਫਟਵੇਅਰ ਯੂਜ਼ ਬਣਾ ਰਹੇ ਹੋ ਬਾਈ ਯੂਜ਼ਿੰਗ C and C++। मतलब जो ਤੁਹਾਡੀ डेवलपमेंट एनवायरनमेंट है और जो डिप्लॉयमेंट एनवायरनमेंट है वो दोनों सेम होना चाहिए। मतलब जे ਤੁਸੀਂ इंटेल ਦਾ ਪ੍ਰੋਸੈਸਰ ਯੂਜ਼ ਕੀਤਾ ਹੈ ਤਾਂ ਜਿੱਥੇ ਤੁਸੀਂ ਡਿਪਲੋਏ ਕਰਨਾ ਉੱਥੇ ਵੀ इंटेल ਦਾ ਪ੍ਰੋਸੈਸਰ ਹੋਣਾ ਜ਼ਰੂਰੀ ਹੈ। ਠੀਕ ਹੈ, ਸੇਮ ਪ੍ਰੋਸੈਸਰ ਸੇਮ ਬ੍ਰਾਂਡ ਹੋਣਾ ਜ਼ਰੂਰੀ ਹੈ। ਜੇ ਤੁਸੀਂ ਉਹਨੂੰ ਕਿਸੇ ਹੋਰ ਆਰਕੀਟੈਕਚਰ ਦੇ ਉੱਤੇ ਇੰਟਰੋਡਿਊਸ ਕਰੋਗੇ ਜਾਂ ਹੋਰ ਆਰਕੀਟੈਕਚਰ ਤੇ ਇੰਸਟਾਲ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉੱਥੇ ਨਹੀਂ। OS डिपेंडेंट ਦਾ मतलब ਕੀ ਹੈ ਕਿ ਜੇ ਤੁਹਾਡਾ ਡਿਵੈਲਪਮੈਂਟ এনवायरनमेंट ਤੁਸੀਂ ਸਪੋਜ਼ ਇੱਕ ਸੌਫਟਵੇਅਰ ਵਿੰਡੋਜ਼ 'ਚ ਲਿਖਿਆ, ठीक है, और जे ਤੁਸੀਂ ਇਹਨੂੰ ਲਾਈਨੈਕਸ 'ਚ ਰਨ ਕਰਨਾ ਚਾਹੁੰਦੇ ਹੋ ਤੇ ਨਹੀਂ ਚੱਲੇਗਾ। ठीक है, और ਜੇ ਤੁਸੀਂ ਇਹਨੂੰ ਵਿੰਡੋਜ਼ ਨੂੰ ਤੁਸੀਂ ਲਾਈਨੈਕਸ ਤੋਂ ਇਲਾਵਾ ਜੇ ਤੁਸੀਂ ਇਹਨੂੰ ਮੈਕ 'ਚ ਰਨ ਕਰਦੇ ਹੋ ਤੇ ਮੈਕ 'ਚ ਵੀ ਨਹੀਂ ਚੱਲੇਗਾ। मतलब ਕਿਸੇ ਕ੍ਰਾਸ ਪਲੇਟਫਾਰਮ ਦੇ ਉੱਤੇ ਕੰਮ ਨਹੀਂ ਕਰੇਗਾ C++ ਤੇ ਲਿਖਿਓ, ਕਿਉਂਕਿ ਉਹ ਉਹਦੇ ਨਾਲ ਆਪਰੇਟਿੰਗ ਸਿਸਟਮ ਔਰ ਹਾਰਡਵੇਅਰ ਦੀ ਇਨਫੋਰਮੇਸ਼ਨ ਨੂੰ ਵੀ ਕੰਪਾਈਲ ਕਰਦੇ ਤੇ ਜਿਹੜੀ ਆਊਟਪੁੱਟ ਫਾਈਲ ਬਣਦੀ ਹੈ ਆਊਟਪੁੱਟ ਫਾਈਲ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਔਰ ਐਗਜ਼ੀਕਿਊਸ਼ਨ ਵੇਲੇ ਉਹ ਸੇਮ ਇਨਫੋਰਮੇਸ਼ਨ ਨੂੰ ਲੋਕੇਟ ਕਰੇਗਾ। ਉਹ ਸੇਮ ਇਨਫੋਰਮੇਸ਼ਨ ਨੂੰ ਲੱਭੇਗਾ ਕਿ ਉਹਨੂੰ ਸੇਮ ਇਨਫੋਰਮੇਸ਼ਨ ਮਿਲ ਪਾ ਰਹੀ ਹੈ ਜਾਂ ਨਹੀਂ ਮਿਲ ਪਾ ਰਹੀ। ਜੇ ਤਾਂ ਉਹਨੂੰ ਸੇਮ ਇਨਫੋਰਮੇਸ਼ਨ ਮਿਲ ਜਾਂਦੀ ਹੈ ਫਿਰ ਤਾਂ ਉਹ ਐਗਜ਼ੀਕਿਊਟ ਕਰ ਦੇਗਾ, ਅਦਰਵਾਈਜ਼ ਨਹੀਂ ਕਰੇਗਾ। ਹੁਣ ਇਸ ਪ੍ਰੋਬਲਮ ਨੂੰ ਓਵਰਕਮ ਕਰਨ ਦੇ ਲਈ ਜਾਵਾ ਨੇ ਤਾਂ ਇੱਕ ਟੈਕਨੋਲੋਜੀ ਬਣਾ ਦਿੱਤੀ। ਜਾਵਾ ਹੁਣ ਜੋ ਹੈ ਉਹ ਕੰਮ ਕਰਦਾ ਹੈ ਜਾਵਾ ਜਿਹੜਾ ਹੈ ਉਹ ਕੰਮ ਕਰਦਾ ਹੈ ਰਾਈਟ ਵਨਸ ਰਨ ਐਨੀਵੇਅਰ। ਠੀਕ ਹੈ, ਕਿ ਜਾਵਾ ਦਾ ਕੋਡ ਤੁਸੀਂ ਕਿਤੇ ਵੀ ਲਿਖੋ run ठीक है, राइट वंस रन एनीवेयर कि ਤੁਸੀਂ ਜਾਵਾ ਦਾ ਕੋਡ ਇੱਕ ਵਾਰੀ ਲਿਖਣਾ ਹੈ ਤਾਂ ਉਹਨੂੰ ਤੁਸੀਂ ਜਿੰਨੀ ਵਾਰੀ ਮਰਜ਼ੀ ਰਨ ਕਰ ਸਕਦੇ ਹੋ, ਜਿੱਥੇ ਮਰਜ਼ੀ ਰਨ ਕਰ ਸਕਦੇ ਹੋ। ਠੀਕ ਹੈ, ਜਿੱਥੇ ਮਰਜ਼ੀ ਦਾ मतलब ਜਿਹੜੇ ਮਰਜ਼ੀ ਪਲੇਟਫਾਰਮ ਦੇ ਉੱਤੇ ਸਿਰਫ ਔਰ ਸਿਰਫ ਉਹਨੂੰ ਉੱਥੇ ਕੀ ਕਿਸ ਚੀਜ਼ ਦੀ ਜ਼ਰੂਰਤ ਪੈਂਦੀ ਹੈ, ਜਾਵਾ ਰਨ ਟਾਈਮ এনवायरनमेंट JRE ਦੀ ਜ਼ਰੂਰਤ। ਹੁਣ ਸੇਮ ਇਸੇ ਤਰੀਕੇ ਨੇ ਮਾਈਕਰੋਸਾਫਟ ਨੇ ਇਸ ਤਰ੍ਹਾਂ ਦੀ ਇੱਕ ਆਪਸ਼ਨ ਕ੍ਰੀਏਟ ਕੀਤੀ ਹੈ ਜਿਹਦੇ ਵਿੱਚ ਮਾਈਕਰੋਸਾਫਟ ਦਾ ਕੋਈ ਵੀ ਸੌਫਟਵੇਅਰ ਜਿਹੜਾ ਤੁਸੀਂ ਡਿਵੈਲਪ ਕੀਤਾ ਹੋਇਆ ਉਹਨੂੰ ਕਿਸੇ ਵੀ ਕ੍ਰਾਸ ਪਲੇਟਫਾਰਮ ਦੇ ਉੱਤੇ ਰਨ ਕੀਤਾ ਜਾ ਸਕਦਾ ਹੋਵੇ, ਕਿਸੇ ਵੀ ਹਾਰਡਵੇਅਰ ਦੇ ਉੱਤੇ ਕਿਸੇ ਵੀ ਆਪਰੇਟਿੰਗ ਸਿਸਟਮ ਦੇ ਉੱਤੇ ਰਨ ਕੀਤਾ ਜਾ ਸਕਦਾ ਹੋਵੇ। ਤਾਂ ਉਹਦੇ ਲਈ ਮਾਈਕਰੋਸਾਫਟ ਨੇ ਇੱਕ ਫਰੇਮਵਰਕ ਇੰਟਰੋਡਿਊਸ ਕੀਤਾ ਹੈ, ਉਹਨੂੰ ਬੋਲਦੇ ਅਸੀਂ .NET। .NET इज नॉट अ प्रोग्रामिंग लैंग्वेज। .NET जो है .NET इज अ फ्रेमवर्क। ठीक है, ਇਹ ਤੁਹਾਨੂੰ ਕੀ ਪ੍ਰੋਵਾਈਡ ਕਰਦਾ ਹੈ, ਪ੍ਰੋਵਾਈਡ ਅਸ an environment to run the softwares या programs। ठीक, ਇਹ ਸਾਨੂੰ ਇੱਕ environment provide ਕਰਦਾ ਜਿਹਦੇ ਵਿੱਚ ਅਸੀਂ ਆਪਣੇ programs ਨੂੰ run ਕਰ ਸਕਦੇ। ਠੀਕ, ਇਹਦੇ ਵਿੱਚ it provides it has various number of development languages like C#, ASP.NET, VB.NET। ठीक है, इस तरह ਦੇ ਵਿੱਚ डिफरेंट प्रोग्रामिंग लैंग्वेजेस अवेलेबल है कि जिन्हें डिफरेंट लैंग्वेजेस ਨੂੰ यूज करके ਤੁਸੀਂ डेवलपमेंट ਦਾ ਕੰਮ ਕਰਨਾ ਹੋਵੇ डेवलपमेंट ਦਾ ਕੰਮ ਕੀਤਾ ਜਾ ਸਕਦਾ ਹੈ। ਸੋ .NET ਇੱਕ ਫਰੇਮਵਰਕ ਹੈ ਜੋ ਕਿ ਤੁਹਾਨੂੰ ਇੱਕ এনवायरनमेंट ਪ੍ਰੋਵਾਈਡ ਕਰਦਾ ਹੈ ਕਿ ਆਪਾਂ डिफरेंट टाइप ऑफ प्रोग्रामिंग लैंग्वेजेस ਨੂੰ ਰਨ ਕਰ ਸਕੀਏ ਔਨ डिफरेंट टाइप ऑफ वर्किंग एनवायरनमेंट्स। ਹੁਣ ਇਹਦੇ ਵਿੱਚ ਕੀ ਹੋਏਗਾ, ਤੁਸੀਂ ਇੱਕ ਸੋਰਸ ਕੋਡ ਲਿਖਿਆ, ਠੀਕ ਹੈ, ਸੋਰਸ ਕੋਡ ਨੂੰ ਕੰਪਾਈਲ ਕੀਤਾ, ਕੰਪਾਈਲ ਕਰਨ ਤੋਂ ਬਾਅਦ ਤੁਹਾਡੇ ਕੋਲ ਇੱਕ ਆਊਟਪੁੱਟ ਫਾਈਲ ਬਣ ਗਈ। ਹੁਣ ਇਹ ਐਗਜ਼ੀਕਿਊਟ ਹੋਣ ਤੋਂ ਪਹਿਲਾਂ ਇਹ ਆਊਟਪੁੱਟ ਫਾਈਲ ਤੁਹਾਡੇ এনवायरनमेंट को चली जाएगी किधर कोल .NET कोल। ये .NET फ्रेमवर्क को जाएगी। ठीक है, .NET फ्रेमवर्क इसਨੂੰ रीजनरेट करेगा। फिर आउटपुट फाइल आएगी, फिर ਤੁਸੀਂ ਉਹਨੂੰ ਰਨ ਕਰੋ। ठीक है, मतलब ਤੁਸੀਂ ਇੱਕ ਸੋਰਸ ਕੋਡ ਲਿਖਿਆ, ਸੋਰਸ ਕੋਡ ਨੂੰ ਕੰਪਾਈਲ ਕੀਤਾ, ਕੰਪਾਈਲ ਕਰਕੇ ਜਿਹੜੀ ਆਊਟਪੁੱਟ ਫਾਈਲ ਆਈ ਤੁਹਾਡੇ ਕੋਲ ਉਹ ਆਊਟਪੁੱਟ ਫਰੇਮਵਰਕ ਹੋ ਗਈ।
.NET फ्रेमवर्क ने रीजनरेट किया कोड एज पर द लोकल करंट एनवायरनमेंट एंड सेटिंग, और फिर एक आउटपुट फाइल जनरेट हुई और उस आउटपुट फाइल ਨੂੰ ਤੁਸੀਂ ਰਨ ਕੀਤਾ। ठीक है, इस तरीके ਦੇ ਨਾਲ ਤੁਹਾਡੇ ਕੋਲ .NET ਜਿਹੜਾ ਹੈਗਾ ਉਹ ਕੰਮ ਕਰੇਗਾ। ठीक, पहला की हो रहा ਸੀਗਾ, सिर्फ सोर्स कोड लिखा, कंपाइल किया, आउटपुट फाइल बन गई और एग्जीक्यूट हो गई। उन्हें की किया, जिसने आउटपुट फाइल बनाई, करंट ऑपरेटिंग सिस्टम और करंट हार्डवेयर की डिटेल्स ਨੂੰ ਨਾਲ अपने स्टोर कर लिया। ठीक है, और ਉਹਦੇ ਅਕੋਰਡਿੰਗਲੀ ਸਿਰਫ ਕੰਮ ਕੀਤਾ। लेकिन ਇਹਦੇ ਵਿੱਚ ਉਹ सारा कुछ चेंज हो गया।